ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦੇ ਵਿੱਚ ਜਾਣ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਕਰਾਂਗੇ। ਜੈਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਅੱਜ ਦੇ ਵਚਨ ਦੇ ਵਿੱਚ ਸਾਨੂੰ ਆਪ ਦੇ ਵਚਨ ਦੀਆਂ ਗੂੜ ਗੱਲਾਂ ਨੂੰ ਸਿੱਖਣ ਦੇ ਲਈ ਮਦਦ ਕਰ। ਜੋ ਅਸੀਂ ਲਗਾਤਾਰ 2 ਦਿਨ ਤੋਂ ਵਰਲਡ ਸੈਪਰੇਸ਼ਨ ਦੇ ਬਾਰੇ ਸਿੱਖ ਰਹੇ ਹਾਂ, ਸਾਨੂੰ ਹੋਰ ਵੀ ਜ਼ਿਆਦਾ ਗਹਿਰਾਈ ਦੇ ਨਾਲ ਇਸ ਨੂੰ ਸਿੱਖਣ ਦੇ ਲਈ ਮਦਦ ਕਰ, ਤਾਂ ਕਿ ਅਸੀਂ ਤੇਰੇ ਵਿੱਚ ਪਵਿੱਤਰਤਾ ਦੇ ਨਾਲ ਤੇਰੇ ਰਾਜ ਵਿੱਚ ਪਾਏ ਜਾਈਏ ਔਰ ਤੇਰਾ ਹੀ ਨਾਮ ਉੱਚਾ ਸਾਡੇ ਜੀਵਨ ਦੇ ਵਿੱਚ ਹੋ ਸਕੇ। ਅੱਜ ਦੇ ਵਚਨ ਦੇ ਰਾਹੀਂ ਤੇਰੀ ਵਡਿਆਈ ਹੋਵੇ ਔਰ ਤੇਰਾ ਹੀ ਨਾਮ ਸਾਡੇ ਜੀਵਨ ਦੇ ਵਿੱਚ ਮਹਿਮਾ ਪਾਵੇ। ਇਹ ਸਭੋ ਕੁਝ ਅਸੀਂ ਤੇਰੇ ਹੱਥਾਂ ਵਿੱਚ ਸੌਂਪ ਦਿੰਦੇ ਹਾਂ। ਜਿੱਥੇ ਅਸੀਂ ਗਿਰ ਗਏ, ਚੁੱਕ ਕੇ, ਉਸ ਦੇ ਲਈ ਸਾਨੂੰ ਮਾਫ ਕਰ। ਆਪਣੇ ਸਵਰਗ ਰਾਜ ਵਿੱਚ ਅੱਗੇ ਵਧਣ ਦੇ ਲਈ ਸਾਡੀ ਮਦਦ ਕਰ। ਸਾਰਾ ਆਦਰ ਮਹਿਮਾ ਆਪ ਨੂੰ ਦਿੰਦੇ ਹੋਏ ਅੱਜ ਦੇ ਵਚਨ ਨੂੰ ਆਪ ਦੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮਸੀਹ ਯਸੂ ਦੇ ਪਵਿੱਤਰ ਤੇ ਸਮਰਥੀ ਨਾਮ ਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਵਚਨ ਦਾ ਮੈਂ ਭਾਗ ਲਿਆ ਹੈ ਉਹ ਲਿਆ ਹੈ ਅਫਸੀਆਂ ਦੀ ਪੁਸਤਕ 5 ਅਧਿਆਏ, ਉਸ ਦੀ 5 ਤੋਂ ਲੈ ਕੇ 11 ਆਇਤਾਂ ਤੱਕ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਕਿਉਂ ਜੋ ਤੁਸੀਂ ਇਸ ਗੱਲ ਨੂੰ ਪੱਕਾ ਜਾਣਦੇ ਹੋ ਕਿ ਕਿਸੇ ਹਰਾਮਕਾਰ ਜਾਂ ਭ੍ਰਿਸ਼ਟ ਜਾਂ ਲੋਭੀ ਮਨੁੱਖ ਨੂੰ ਜੋ ਮੂਰਤੀ ਪੂਜਕ ਹੈ, ਮਸੀਹ ਅਤੇ ਪਰਮੇਸ਼ਰ ਦੇ ਰਾਜ ਵਿੱਚ ਅਧਿਕਾਰ ਨਹੀਂ। ਕੋਈ ਤੁਹਾਨੂੰ ਫੋਕੀਆਂ ਗੱਲਾਂ ਨਾਲ ਧੋਖਾ ਨਾ ਦੇਵੇ, ਕਿਉਂ ਜੋ ਇਹਨਾਂ ਗੱਲਾਂ ਦੇ ਕਾਰਨ ਪਰਮੇਸ਼ਰ ਦਾ ਕ੍ਰੋਧ ਆਗਿਆਕਾਰੀਤਾ ਦੇ ਪੁੱਤਰਾਂ ਉੱਤੇ ਪੈਂਦਾ ਹੈ। ਸੋ ਤੁਸੀਂ ਉਹਨਾਂ ਦੇ ਸਾਂਝੀ ਨਾ ਹੋਵੋ, ਕਿਉਂ ਜੋ ਤੁਸੀਂ ਅੱਗੇ ਹਨੇਰਾ ਸੋ ਪਰ ਹੁਣ ਪ੍ਰਭੂ ਦੇ ਵਿੱਚ ਚਾਨਣ ਹੋ। ਤੁਸੀਂ ਚਾਨਣ ਦੇ ਪੁੱਤਰਾਂ ਵਾਂਗ ਚਲੋ। ਚਾਨਣ ਦਾ ਫਲ ਹਰ ਭਾਂਤ ਦੀ ਭਲਾਈ ਅਤੇ ਧਰਮ ਅਤੇ ਸੱਚਾਈ ਵਿੱਚ ਹੈ, ਪਰ ਤਾ ਕੇ ਵੇਖੋ ਪਰਮੇਸ਼ਰ ਨੂੰ ਕੀ ਪਾਉਂਦਾ ਹੈ, ਅਤੇ ਹਨੇਰੇ ਦੇ ਅਫਲ ਕਾਰਜਾਂ ਵਿੱਚ ਸਾਂਝੀ ਨਾ ਹੋਵੋ, ਪਰ ਉਹਨਾਂ ਨੂੰ ਨੰਗਿਆ ਕਰੋ। ਇਸ ਦਾ ਜੋ ਮੈਂ ਸਬਜੈਕਟ ਲਿਆ ਹੈ, ਸੰਸਾਰ ਅਤੇ ਸੰਸਾਰਿਕ ਵਿਅਕਤੀ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ। ਇਸ ਦਾ ਸਬਜੈਕਟ ਮੈਂ ਲਿਆ ਹੈ, ਸੰਸਾਰ ਅਤੇ ਸੰਸਾਰਿਕ ਵਿਅਕਤੀ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ। ਵਰਲਡ ਸੈਪਰੇਸ਼ਨ ਦਾ ਇਹ ਤੀਸਰਾ ਪਾਰਟ ਅੱਜ ਮੈਂ ਆਪ ਦੇ ਸਾਹਮਣੇ ਲੈ ਕੇ ਆਇਆ ਹਾਂ। ਪਿਛਲੇ ਕੱਲ ਮੈਂ ਆਪ ਦੇ ਨਾਲ ਯਹੋਸ਼ੂ ਦੀ ਪੁਸਤਕ ਦੇ ਨਾਲ ਜੁੜਿਆ ਸਾਂ। ਅੱਜ ਮੈਂ ਆਪ ਦੇ ਨਾਲ ਅਫਸੀਆਂ ਦੀ ਪੁਸਤਕ ਦੇ ਵਿੱਚ ਜੁੜਿਆ ਹਾਂ, ਜਿੱਥੇ ਲਿਖਿਆ ਕਿਉਂ ਜੋ ਤੁਸੀਂ ਇਹ ਗੱਲ ਨੂੰ ਪੱਕਾ ਜਾਣਦੇ ਹੋ। ਕਿਹੜੀ ਗੱਲ ਹੈ ਜਿਹੜੀ ਪੌਲਸ ਰਸੂਲ ਕਹਿੰਦਾ ਹੈ ਕਿ ਤੁਸੀਂ ਪੱਕਾ ਜਾਣਦੇ ਹੋ? ਉਹਨਾਂ ਦੇ ਬਾਰੇ ਮੈਂ ਕੁਝ ਗੱਲਾਂ ਆਪ ਨੂੰ ਦੱਸਣਾ ਚਾਹੁੰਦਾ ਹਾਂ, ਤਾਂ ਕਿ ਤੁਸੀਂ ਉਹਨਾਂ ਦੇ ਬਾਰੇ ਆਪਣੇ ਆਪ ਨੂੰ ਸੁਚੇਤ ਕਰ ਸਕੋ। ਵਿਸ਼ਵਾਸੀ ਪਰਮੇਸ਼ਵਰ ਦੇ ਪਿੱਛੇ ਚੱਲਦਾ ਹੈ। ਪੌਲਸ ਜਦੋਂ ਅਫਸੀਆਂ ਦੀ ਪੁਸਤਕ ਲਿਖ ਰਿਹਾ ਹੈ ਤਾਂ ਉਹਦੇ ਅੰਤ ਦੀ ਗੱਲ ਉਹ ਇਹ ਦੱਸ ਰਿਹਾ ਕਿ ਵਿਸ਼ਵਾਸੀ ਜਿਹੜਾ ਹੈ ਉਹ ਮਸੀਹ ਦੇ ਪਿੱਛੇ ਚੱਲਦਾ ਹੈ ਅਤੇ ਪਰਮੇਸ਼ਰ ਦੀਆਂ ਚੁਣੌਤੀਆਂ ਨੂੰ ਜਾਣ ਕੇ ਉਹ ਉਹਨਾਂ ਦਾ ਪਾਲਣ ਕਰਦਾ ਹੈ। ਅਸੀਂ ਦੇਖਦੇ ਹਾਂ ਪਹਿਲੀ ਗੱਲ ਕਿ ਪਰਮੇਸ਼ਰ ਦੇ ਨਾਲ ਅਸ਼ੁੱਧਤਾ ਦਾ ਕੋਈ ਮੇਲ ਨਹੀਂ, ਕਿਉਂਕਿ ਜਦੋਂ ਅਸੀਂ ਦੂਸਰਾ ਕੁਰਿੰਥੀਆਂ 6 ਅਧਿਆਏ ਉਸ ਦੀ 14 ਆਇਤ ਨੂੰ ਪੜ੍ਹਦੇ ਹਾਂ ਤਾਂ ਉਸ ਵਿੱਚ ਸਾਫ਼ ਤੌਰ ਤੇ ਲਿਖਿਆ ਹੈ ਕਿ ਅਵਿਸ਼ਵਾਸੀ ਦਾ ਵਿਸ਼ਵਾਸੀ ਦੇ ਨਾਲ ਕੀ ਮੇਲ, ਜਾਂ ਪਵਿੱਤਰਤਾ ਦਾ ਪਵਿੱਤਰਤਾ ਦੇ ਨਾਲ ਕੀ ਮੇਲ। ਇਹਦਾ ਮਤਲਬ ਇੱਥੇ ਸਾਫ਼ ਤੌਰ ਤੇ ਸਾਨੂੰ ਇਹ ਹੈ ਕਿ ਪਰਮੇਸ਼ਰ ਦੇ ਨਾਲ ਅਸ਼ੁੱਧਤਾ ਦਾ ਕੋਈ ਮੇਲ ਨਹੀਂ ਹੈ। ਵਿਅਕਤੀ ਦਾ ਉਦਯੋਗ ਕੁਝ ਬੋਣਾ ਹੋਵੇ ਜਾਂ ਉਹ ਇਹਨਾਂ ਗੱਲਾਂ ਦੇ ਵਿਵਹਾਰ ਨੂੰ ਵਧਾਉਂਦਾ ਹੋਵੇ ਤਾਂ ਮਸੀਹ ਅਤੇ ਪਰਮੇਸ਼ਰ ਦੇ ਰਾਜ ਦਾ ਹਿੱਸਾ ਨਹੀਂ ਲੈ ਸਕੇਗਾ। ਬਾਈਬਲ ਸਾਫ਼ ਦੱਸਦੀ ਹੈ, ਪੌਲਸ ਅਤੇ ਅਫਸੀਆਂ ਦੇ ਲੋਕ ਬਿਨਾਂ ਸ਼ੱਕ ਯਕੀਨ ਨਾਲ ਜਾਣਦੇ ਸਨ ਕਿ ਸਾਰੇ ਵਿਅਕਤੀ ਭਾਵੇਂ ਕਲੀਸਿਆ ਦੇ ਅੰਦਰ ਜਾਂ ਬਾਹਰ ਜਿਹੜੇ ਅਨੈਤਿਕ ਅਤੇ ਅਸ਼ੁੱਧ ਜਾਂ ਲਾਲਚੀ ਸਨ, ਉਹ ਮਸੀਹ ਦੇ ਰਾਜ ਤੋਂ ਬਾਹਰ ਹਨ, ਉਹ ਅੰਦਰ ਨਹੀਂ ਜਾ ਸਕਦੇ। ਜੇ ਅਸੀਂ ਸੋਚੀਏ
कि असी इत्थे परमेश्वर दे राज विच है, इधरले पासे असी अपना संसार दे विच इस तरह रख के असी परमेश्वर दे कोल चले जाना है या उसके राज विच प्रवेश कर जाना है। पौलुस कहंदा ये बहुत गलत गल है। तुसी अपने आप नूं धोखा दे रहे हो, परमेश्वर नूं धोखा नहीं दे रहे, तुसी अपने आप नूं धोखा दे रहे हो। इसलिए ये गल साडे जीवन दे विच चंगी नहीं दिंदी। वो कहंदा ये उन्हां लोकां दा हवाला दिंदा है जिहड़े किसी भी किस्म दियां विलासी या कमी इच्छावां विच अपने आप नूं सच्चाई तो दूर ले जाण दी इजाजत दिंदे आ। चलो कोई गल नहीं, कर लैंदे आ, देख लैंदे आ की हुंदा आ, माफ़ी मंग लवांगे रब दे कोलों, कोई गल नहीं, भंगड़ा पा लैंदे आ थोड़ा जिहा संसार दे नाल, मौज मस्ती कर लैंदे आ संसार दे नाल, बाद दे विच ओहदे कोल बैठ के माफ़ी मंग लवांगे। इस तरह परमेश्वर दसदा परमेश्वर दे राज दे अधिकारी नहीं होणगे, उन्हां दे उत्ते सज़ा दा हुक्म है, दंड दा हुक्म है, बच नहीं सकदे। जे तुसी मूँह दे उत्ते मसीह मसीह दा लिबास लगा के पिछे संसार दे कम कर लो कि असी इस तरह परमेश्वर दे राज विच बढ़ जावांगे, नहीं। परमेश्वर दी तस्वीर थोड़े अगे बिल्कुल क्लीयर हो जाएगी। जिवें मैं पिछले कल भी दसिया सी कि परमेश्वर दे अगे मनुख दा जीवन खुली किताब है, वो जानदा है तुसी की कर रहे हो की नहीं कर रहे हो। ਜਿਹੜੇ गलत तरीकों के नाल इस समय दे विच परमेश्वर दे अगे जाण दी कोशिश करनगे, वो कदे परमेश्वर दे राज दे अधिकारी नहीं हो सकते। अफसियां दी पुस्तक दे विच पौलुस लिख रहा, अफसियां दे विच डायना नाम दी एक मूरत सी, उसकी ज़्यादा पूजा हुंदी सी और कुरंथ दे विच भी वो ज़्यादा सी। ये डायना कौन सी? ये डायना एक वेश्या सी। ਇਹ ਕੀ ਕਰਦੀ ਸੀ? ਵੇਸ਼ਿਆ ਦੇ ਕੰਮ ਧੰਦਿਆਂ ਦੇ ਨਾਲ ਜਿਹੜੇ ਗਰੀਬ ਲੋਕ ਹੁੰਦੇ ਸੀ ਉਹਨਾਂ ਦਾ ਪੇਟ ਪਾਲਦੀ ਸੀ ਅਤੇ ਉਹਨਾਂ ਨੂੰ ਆਪਣਾ ਪੈਸੇ ਦਿੰਦੀ ਸੀ। ਕੀ ਆਪਣਾ ਵੇਸ਼ਿਆ ਦਾ ਕਮਾਇਆ ਹੋਇਆ ਪੈਸਾ ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਨੂੰ ਪਵਿੱਤਰਤਾ ਦੇ ਵਿੱਚ ਲੈ ਜਾਏਗਾ? ਉਹ ਆਪ ਅਪਵਿੱਤਰਤਾ ਦੇ ਵਿੱਚ ਨਾਸ਼ ਹੋ ਜਾਣਗੇ। ਬਹੁਤੇ ਲੋਕ ਸੋਚਦੇ ਆ ਗਲਤ ਨੀਚ ਕੰਮ ਦੇ ਨਾਲ ਅਗਰ ਪੈਸਾ ਕਮਾਇਆ ਜਾਵੇ ਤਾਂ ਕੋਈ ਗੱਲ ਨਹੀਂ ਹੈ, ਅਸੀਂ परमेश्वर दे राज विच बढ़ जावांगे। बहुत गलत गल है, बहुत गलत गल है। परमेश्वर ने सानू बुराई दे नाल पैसा कमाण दे लई नहीं किया। इत्थे बहुत सारे लोग है जिहड़े इस तरह के काम करते सी, वेश्यागामी सी, अनैतिक संबंध सी, व्यभिचारी सी, वेश्यागमन सी, अनैतिक व्यवहार सी, अशुद्ध व्यक्ति होके अशुद्ध अते अनैतिक अते गंदे विचार का व्यवहार अते कामुक व्यक्ति होके अभिलाषी अते लालची, मूर्ति पूजक होके मूर्तियां दी पूजा करने वाले मूर्ति पूजक लोग सी अफसियां दे विच। और कुछ विश्वासी अपने घरां दे विच छुप के अजिहे बन गए सी, वो मूर्तियां दे अगे भी मत्था टेक लैंदे सी अते परमेश्वर दे घर च भी जाके उत्थे ताड़ियां मार के गीत गा के परमेश्वर दी महिमा कर लैंदे सी। परमेश्वर कहंदा अजिहे लोग परमेश्वर दे राज दे अधिकारी नहीं हो सकते, नहीं हो सकते। की तुसी सोचते हो कि परमेश्वर नूं कुछ नहीं पता लगता? परमेश्वर दे अखां दे उत्ते पट्टी बनी है, इत्थे दे कानून दे अगे पट्टी बनी है, पर परमेश्वर दे अगे पट्टी नहीं बन सकते। परमेश्वर दी अखां इदां दियां है कि वो साडे शरीर दे विच की पनप रिहा, साडे दिमाग दे विच की पनप रिहा वो जाणदियां है, उहदा एक्सरा बहुत तेज है। पहली गल वो कहंदा इस गल नूं पक्का जाणदे है, कहंदा इह गल पक्का जाणदे किसी हरामकार या भ्रिष्ट या लोभी मनुख नूं जो मूर्ति पूजक है मसीह अते परमेश्वर दे राज विच अधिकार नहीं। जे सोचो तुसी मसीह दे विच होके संसार दे नाल रल के असीं उहदे राज विच वड़ जावांगे तां बहुत वड्डे धोखे दे विच हो तुसी। परमेश्वर ने की कहा है अजिहे लोकां नूं, उन्हां दा भी मैं आप दे अगे खुलासा कर दिंदा हां। मती रची सुसमाचार ये वचन मैं कई बार पढ़ चुका हाँ। 7 अध्याय उसकी 21 तो लैके 23 आयतां तक लिखिया है, ना हर एक जिहड़ा मैनू प्रभु प्रभु कहता है सो स्वर्ग दे राज विच बढ़ेगा। देख लो, प्रभु ने पहले ही कह दिता
ਜਿਹੜਾ ਪ੍ਰਭੂ ਪ੍ਰਭੂ ਕਹਿੰਦਾ ਹੈ ਉਹ स्वर्ग ਦੇ ਰਾਜ। ਇਹਦਾ ਮਤਲਬ ਪ੍ਰਭੂ ਜਾਣਦਾ ਹੈ ਕਿ ਉਹ ਮੈਨੂੰ ਕਿਸ ਤਰੀਕੇ ਨਾਲ ਪ੍ਰਭੂ ਕਹਿ ਰਿਹਾ ਹੈ, ਮੈਨੂੰ ਕਿੱਦਾਂ ਪ੍ਰਭੂ ਕਹਿ ਰਿਹਾ, ਮੈਨੂੰ ਜਾਣਦਾ ਹੈ, ਮੈਨੂੰ ਪਤਾ ਲੱਗਦਾ ਹੈ। ਮੈਂ ਕੋਈ ਨਿਆਣਾ ਨਹੀਂ, ਮੈਂ ਸਾਰੀ ਸ੍ਰਿਸ਼ਟੀ ਦਾ ਰਚਣ ਵਾਲਾ ਪਰਮੇਸ਼ਰ ਹਾਂ। ਇੱਕ ਇੱਕ ਚੀਜ਼ ਮੇਰੇ ਹੀ ਸ਼ਬਦ ਦੇ ਨਾਲ ਰਚੀ ਗਈ ਹੈ, ਮੈਂ ਹੀ ਇਹਦਾ ਕਰਤਾ ਹਾਂ। ਕੀ ਅਸੀਂ ਉਹਨੂੰ ਧੋਖਾ ਦੇ ਸਕਦੇ? ਕਦੇ ਵੀ ਨਹੀਂ। ਬਾਈਬਲ ਦੇ ਵਿੱਚ ਬੜੀ ਸਾਫ਼ ਤੌਰ ਤੇ ਮੈਂ ਇੱਕ ਗੱਲ ਹੋਰ ਇਹਦੇ ਨਾਲ ਆਪ ਦੇ ਵਿੱਚ ਪੜ੍ਹਦਾ ਹਾਂ। ਇਤਿਹਾਸ ਦੀ ਪੁਸਤਕ ਉਸ ਦਾ 16 ਅਧਿਆਇ, ਇਤਿਹਾਸ ਦੀ ਪੁਸਤਕ ਉਸ ਦਾ 16 ਅਧਿਆਇ ਉਸ ਦਾ 9 ਵਚਨ ਮੈਂ ਆਪ ਦੇ ਲਈ ਪੜ੍ਹਦਾ ਹਾਂ। दूसरा इतिहास उसकी 16 अध्याय 9 वचन की लिखा है, यहोवा दियां अखां सारी धरती उत्ते फिरदियां हन तां जो ਉਹ ਉਹਨਾਂ ਦੀ ਸਹਾਇਤਾ ਦੇ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਚਾ ਰੱਖਦਾ ਹੈ ਆਪਣੇ ਆਪ ਨੂੰ ਸਨਮੁਖ ਵਿਖਾਵੇ। ਪਰਮੇਸ਼ਰ ਦੀ ਅੱਖ ਸਾਰੀ ਧਰਤੀ ਦੇ ਉੱਤੇ ਘੁੰਮਦੀ ਰਹਿੰਦੀ ਹੈ ਅਤੇ ਵੇਖਦੀ ਹੈ ਕਿਹੜਾ ਨੇਚਾ ਦੇ ਨਾਲ ਉਹਦੇ ਪਿੱਛੇ ਚੱਲ ਰਿਹਾ ਹੈ, ਕਿਹੜਾ ਨੇਚਾ ਦੇ ਵਿੱਚ ਖੜਾ ਹੈ, ਕਿਹੜਾ ਨੇਚਾ ਦੇ ਨਾਲ ਉਹਦੇ ਵਿੱਚ ਆਪਣੇ ਜੀਵਨ ਨੂੰ ਗੁਜ਼ਾਰ ਰਿਹਾ ਹੈ। ਪਿਆਰੋ, ਧੋਖਾ ਨਹੀਂ ਦੇ ਸਕਦੇ। ਕਈ ਲੋਕ ਵਿਸ਼ਵਾਸੀ ਜੋ ਆਪਸੀਆਂ ਦੇ ਸੀ, ਕੁਰਾਂਤੀਆਂ ਦੇ ਸੀ, ਉਸ ਡਾਇਨਾ ਦੇ ਕੋਲੋਂ ਜਾ ਕੇ ਆਪਣੀ ਹੈਲਪ ਨਾਲ ਆਪਣੇ ਘਰਾਂ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਅਤੇ ਉਹਨਾਂ ਦੀਆਂ ਮੂਰਤਾਂ, ਡਾਇਨਾ ਦੀਆਂ ਮੂਰਤੀਆਂ ਆਪਣੇ ਘਰਾਂ ਦੇ ਵਿੱਚ ਰੱਖੀਆਂ ਹੋਈਆਂ ਸੀ, ਛੋਟੀਆਂ ਛੋਟੀਆਂ। ਜਿਵੇਂ ਅੱਜ ਕੱਲ੍ਹ ਲੋਕਟ ਮਿਲਦੇ ਆ, ਕਰੋਸ ਮਿਲਦੇ ਆ, ਚਲੋ ਜੀ ਲਾ ਲਿਆ, ਅਸੀਂ ਪਤਾ ਲੱਗਦਾ ਅਸੀਂ ਮਸੀਹੀ। ਅਜਿਹੇ ਲੋਕ ਇਹ ਨਾ ਸੋਚਣ ਕਿ ਅਸੀਂ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਬਣ ਜਾਣਾ ਹੈ। ਪਰਮੇਸ਼ਰ ਕਹਿੰਦਾ ਸਭ ਬਾਹਰ ਹੋਣਗੇ। ਕਿਉਂ? ਇੱਥੇ ਕਹਿੰਦਾ ਹਰੇਕ ਜੋ ਮੈਨੂੰ ਪ੍ਰਭੂ ਪ੍ਰਭੂ ਕਹਿੰਦਾ ਸਵਰਗ ਦੇ ਰਾਜ ਵਿੱਚ ਵੜੇਗਾ ਨਹੀਂ। ਉਹ ਜੋ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ ਉਹ ਬੜੇਗਾ। ਉਸ ਤੋਂ ਬਾਅਦ ਕਹਿੰਦਾ ਉਸ ਦਿਨ ਅਨੇਕ ਮੈਨੂੰ ਆਖਣਗੇ, ਪ੍ਰਭੂ ਜੀ ਅਸੀਂ ਤੇਰਾ ਨਾਮ ਲੈ ਕੇ ਅਗੰਮ ਬਾਗ ਕੀਤੇ। ਹਾਂ, ਮੈਂ ਪ੍ਰਚਾਰ ਕੀਤਾ ਹੀ ਚਰਚ 'ਚ ਖੜਾ ਹੋ ਕੇ, ਮੈਂ ਤੇਰੇ ਵਚਨ ਨੂੰ ਸੁਣਾਉਂਦਾ ਸੀ, ਪਰ ਬਾਹਰ ਜਾ ਕੇ ਕੀ ਕਰਦਾ ਸੀ? ਭੰਗੜੇ ਪਾਉਂਦਾ ਸੀ, ਉਹਨਾਂ ਦੇ ਨਾਲ ਮਜ਼ਾਕ ਕਰਦਾ ਸੀ, ਉਹਨਾਂ ਦੇ ਨਾਲ ਖੜਾ ਰਹਿੰਦਾ ਸੀ। ਪ੍ਰਭੂ ਕਹਿੰਦਾ ਅਜਿਹੇ ਲੋਕ ਆਪਣੇ ਆਪ ਨੂੰ ਪਰਖ ਲਓ, ਜਾਣ ਲਓ, ਉਹ ਮੇਰੇ ਰਾਜ ਵਿੱਚ ਪ੍ਰਵੇਸ਼ ਨਾ ਕਰਨਗੇ, ਕਿਉਂਕਿ ਮੈਂ ਪਵਿੱਤਰ ਪਰਮੇਸ਼ਰ ਹਾਂ। ਔਰ ਪਵਿੱਤਰ ਪਰਮੇਸ਼ਰ ਜਿਹੜਾ ਹੈ ਉਹ ਪਵਿੱਤਰਤਾ ਦੀ ਗੱਲ ਕਰਦਾ ਹੈ। ਉਹ ਕਹਿੰਦਾ ਤਦ ਮੈਂ ਉਹਨਾਂ ਨੂੰ ਸਾਫ਼ ਆਖਾਂਗਾ, ਮੈਂ ਤੁਹਾਨੂੰ ਕਦੇ ਨਹੀਂ ਜਾਣਿਆ, ਹੇ ਬੁਰਿਆਰੋ ਮੇਰੇ ਕੋਲ ਚਲੇ ਜਾਓ। ਦੋ ਬੇੜੀਆਂ ਦੇ ਵਿੱਚ ਪੈਰ ਰੱਖਣ ਵਾਲਾ ਕਦੇ ਵੀ ਸਵਰਗ ਰਾਜ ਵਿੱਚ ਨਹੀਂ ਪ੍ਰਵੇਸ਼ ਕਰ ਸਕਦਾ। ਇਸੇ ਕਰਕੇ ਤਾਂ ਯਹੋਸ਼ੂ ਨੇ ਕਿਹਾ ਸੀ ਅੱਜ ਚੁਣ ਲਓ, ਤੁਸੀਂ ਪ੍ਰਭੂ ਦੇ ਪਿੱਛੇ ਚੱਲਣਾ ਜਾਂ ਸੰਸਾਰ ਦੇ ਪਿੱਛੇ। ਇੱਥੇ ਲਿਖਿਆ ਹੈ ਕਿ ਸੰਸਾਰ ਅਤੇ ਸੰਸਾਰਿਕ ਵਿਅਕਤੀ ਪਰਮੇਸ਼ਵਰ ਦੇ ਰਾਜ ਦਾ ਅਧਿਕਾਰੀ ਨਹੀਂ ਹੋ ਸਕਦਾ ਹੈ, ਨਹੀਂ ਹੋ ਸਕਦਾ ਹੈ। ਔਰ 6 ਆਇਤ ਦੇ ਵਿੱਚ ਕਹਿੰਦਾ ਹੈ ਅਫਸੀਆਂ ਦੇ 5 ਦਾ ਕੋਈ ਤੁਹਾਨੂੰ ਫੋਕੀਆਂ ਗੱਲਾਂ ਨਾਲ ਧੋਖਾ ਨਾ ਦੇਵੇ, ਕਿਉਂ ਜੋ ਇਹਨਾਂ ਗੱਲਾਂ ਦੇ ਕਾਰਨ ਪਰਮੇਸ਼ਵਰ ਦਾ ਕ੍ਰੋਧ ਅਨਆਗਿਆਕਾਰੀ ਪੁੱਤਰਾਂ ਦੇ ਉੱਤੇ ਪੈਂਦਾ। ਹਾਂ, ਮੇਰਾ ਯਾਰ ਦੋਸਤ ਹੈ, ਉਹਦਾ ਵਿਆਹ ਹੈ, ਆ ਜਾ ਯਾਰ ਭੰਗੜਾ ਪਾ ਲੈ, ਇੱਥੇ ਕਿਹੜਾ ਪਾਦਰੀ ਬੈਠਾ ਆ। ਕੋਈ ਨਹੀਂ, ਲਾਲਾ ਕਾਂਟੇ, ਲਾਲਾ ਜੋ ਮਰਜ਼ੀ ਕਰ ਲਾ, ਫੇਸ਼ੀਅਲ ਕਰ ਲਾ, ਜੈਲ ਲਾ ਲਾ, ਕੋਈ ਫਰਕ ਨਹੀਂ ਪੈਂਦਾ। ਹੈ ਨਹੀਂ ਇੱਥੇ ਪਰਮੇਸ਼ਵਰ ਦੇਖਦਾ। ਬਾਈਬਲ ਦੇ ਵਿੱਚ ਲਿਖਿਆ ਹੈ, ਇੱਥੇ ਪਰਮੇਸ਼ਵਰ ਦਾ ਦਾਸ ਪੌਲਸ ਕਹਿੰਦਾ ਕੋਈ ਤੁਹਾਨੂੰ ਫੋਕੀਆਂ ਗੱਲਾਂ ਨਾਲ ਧੋਖਾ ਨਾ ਦੇਵੇ। ਬਥੇਰੇ ਇੱਥੇ ਧੋਖਾ ਦੇਣ ਵਾਲੇ ਤੁਹਾਨੂੰ। ਹਾਂ ਭੈਣ ਆ ਜਾ ਇੱਥੇ ਗਿੱਧਾ ਪਾ ਲਈਏ, ਕਿਹੜਾ ਕੋਈ ਦੇਖਦਾ ਆ, ਨਾਲ ਨਿਆਣਿਆਂ ਨੂੰ ਵੀ ਨਚਾ ਲਓ। ਅਸੀਂ ਤਾਂ ਡੁੱਬੇ ਡੁੱਬੇ, ਬਾਕੀ ਵੀ ਡੋਬ ਦਿਓ। ਪਰਮੇਸ਼ਰ ਦਾ ਵਚਨ ਬੜਾ ਸਾਫ਼ ਹੈ। ਪਰਮੇਸ਼ਰ ਦਾ ਵਚਨ ਮੈਨੂੰ ਕੀ ਕਹਿੰਦਾ ਹੈ ਇਸ ਗੱਲ ਦੇ ਪ੍ਰਤੀ। ਮੈਂ ਆਪ ਦੇ ਨਾਲ
पहला पतरस उसकी 1 अध्याय उसकी 15 आयत पढ़दा हाँ। कहंदा सगों जिवें तुहाडा सद्दण वाला पवित्र है, तुसी आप तिवें अपनी सारी चाल चलन विच पवित्र बनो। संसार तो अलग रह के परमेश्वर दे पिछे चल के पवित्र बनो, ताकि लोग थोड़े चाल चलन नूं देख के कहण ये विश्वासी मसीही है, ये मसीह दे पद चिन्हां विच चलण वाला विश्वासी है, इस संसार दे नाल चलण वाला नहीं। जिस तरह का तुसी वर्क करोगे, जिस तरह का तुसी विश्वास दे नाल चलोगे, बाइबल दसदी है उदां दा ही तुहानूं फल मिलेगा। गलातियां दी पुस्तक दे विच मैं जदों जाना हाँ, अफसियां दे नाल ही गलातियां दी पुस्तक है, इत्थे एक शब्द लिखिया होया है बाइबल दे विच, कहंदा है जिहड़ा अपने शरीर ਲਈ ਬੀਜਦਾ और शरीरों विनाश ਨੂੰ ਵੱਢੇਗਾ, ਅਤੇ ਜਿਹੜਾ ਆਤਮਾ ਲਈ ਬੀਜਦਾ ਹੈ ਉਹ ਆਤਮਾ ਤੋਂ ਸਦੀਪਕ ਜਿਉਣ ਲਈ ਵੱਢੇਗਾ। ਹੁਣ ਤੁਸੀਂ ਦੇਖਣਾ ਹੈ, ਤੁਸੀਂ ਸਰੀਰ ਦੇ ਪਿੱਛੇ ਚੱਲ ਕੇ ਸਰੀਰ ਦੇ ਕੰਮ ਤਾਂ ਨਹੀਂ ਕਰਨੇ। ਵੇਸ਼ਿਆਗਾਮੀ, ਅਨੈਤਿਕ ਜੌਨ ਸੰਬੰਧ, व्यभिचारी वेश्यागमन, अनैतिक व्यवहार, कामुक व्यक्ति मतलब कामुक व्यक्ति ठरकी साडी सिद्धी भाषा दे विच, औरतां दे विच बहण वाले, औरतां दे नाल गल्लां विच लगे रहण वाले, अजिहे व्यक्ति परमेश्वर दे राज विच नहीं बढ़नगे। कहण नूं विश्वासी है पर विश्वासियों वाला काम नहीं, विश्वासियों वाला उन्हां दे विच व्यवहार नहीं, विश्वासियों वाला उन्हां दे विच रुतबा नहीं। बाइबल दे विच सब कुछ लिखिया होया है, असी किस तरह का जीवन जी रहे हैं असी देखना है। पहली गल इत्थे वो दस रहा है परमेश्वर दे वचन दे विच कि तुसी पक्का जाणदे हो हरामकार, भ्रिष्ट अते लोभी मनुख परमेश्वर दे राज। फिर कहंदा कोई तुहानूं धोखा ना दे लवे, कोई इन्हां गल्लां दे कारण परमेश्वर दा कोप तुहाडे पुत्रां दे उत्ते ना पवे, पुत्रां दे उत्ते ना पवे। किहड़ियां गल्लां दा वो भी मैं आप दे लई पढ़दा हां। कलोसियां दी पुस्तक 3 अध्याय उस दी 7 ਅਤੇ 8 आयत दे विच मैं आप दे लई पढ़ रहा हां। कहंदा है क्यों जो इन्हां गल्लां दे कारण परमेश्वर दा क्रोध अनआग्याकारी पुत्रां दे उत्ते पैंदा है, जिन्हां दे राह तुसी अगे चलदे सो, जिस वेले तुसी उस विच जिउंदे सो। उस विच मतलब कि संसार दी जिंदगी विच जिउंदे सी। किद्दां जिंदे सी? लिखिया पर तुसी इन्हां सारियां गल्लां नूं अर्थात कोप, क्रोध, बदी, दुर्वचन, अपने मूहों गंदियां गालां कड्ढणियां छड्ड दिओ। जेड़े ये काम करदे है बाइबल दसिया उन्हां दे उत्ते परमेश्वर दा क्रोध अनआग्याकारी पुत्रां दे वांग पैंदा है। फैसला तुसी करना है कि असी अनाग्याकारी पुत्रां दी तरह जीना है या आग्याकारी पुत्रां दी तरह जीना। आग्याकारी पुत्र कदे भी संसार दे नाल समझौता नहीं करदे, संसार दे विच नहीं जांदे। इस समय जो संसार दी परिस्थिति चल रही है, इस समय जो संसार दा व्यवहार चल रहा है, इस समय जो लोग अपना विश्वासी लोग अविश्वासियों दे नाल मदद लैण नूं अगे वधदे चले जा रहे हैं। मदद लैनी या मदद करनी गलत नहीं है, पर यह देखो कि वह मदद किदां कर रहा है। चोरी करके कर रहा है, ठगी करके कर रहा है, या किसी नूं धोखा दे के कर रहा है। जे वह मदद सच्चे मन दे नाल, सच्ची विश्वास योग्यता दे नाल कर रहा तो गलत नहीं। पर जे गलत तरीके दे नाल मदद कर रहा, गलत तरीके दे विच जाके मदद कर रहा, तो प्यारो गलत है, गलत। उसका फल ना थानू मिलेगा ना वो मिलेगा, वो आप तो डुबिया डुबिया नाल थानू भी डुब देवेगा। इसलिए मैं अपनी कलीसिया दे विच भी कह दिंदा हां, जिहड़े धोखे दे नाल काम करदे आ उन्हां दा इस कलीसिया दे विच चंदा ना पाओ। भीख मंगण वालियां ते कोलों भीख मंग के मैं इत्थे चंदा पा दूंगा, अजिहे लोकां दा चंदा ना लो। क्यों? क्योंकि वो पाप दे नाल लैके आ रहे हैं। पाप दे नाल कदे भी समझौता ना करो। जे तुहानू परमेश्वर ने पवित्रता दे विच चुनिया है तो पवित्रता दा जो राजा यसू है, जिस दे बारे इत्थे लिखिया है मैं जगत दी ज्योति हाँ, मैं जगत दा चानण हाँ, असी ओदे पिछे चलिए।
ਤਾਂ ਕਦੇ ਹਨੇਰੇ ਵਿੱਚ ਨਾ ਰਹਾਂਗੇ, ਬਲਕਿ ਸਾਡੇ ਕੋਲ ਇਸ ਸੰਸਾਰ ਦੇ ਵਿੱਚ ਪਰਮੇਸ਼ਵਰ ਰਾਜ ਦੀ ਭਰਪੂਰੀ ਦੀ ਬਰਕਤ ਸਾਡੇ ਵਿੱਚ ਹੋਵੇਗੀ। ਬਾਈਬਲ ਦੇ ਵਿੱਚ ਲਿਖਿਆ ਹੈ, ਕਈ ਲੋਕ ਮੰਗਦੇ ਆ, ਵਿਸ਼ਵਾਸੀ ਲੋਕ, ਪਰਮੇਸ਼ਵਰ ਸਾਨੂੰ ਇੱਦਾਂ ਦੇ ਦੇ। ਪਰਮੇਸ਼ਵਰ ਕਹਿੰਦਾ ਮੈਂ ਭੋਗ ਵਿਲਾਸਾਂ ਦੇ ਨਾਲ ਉਡਾਣ ਵਾਲੀ ਮਾਇਆ ਤੁਹਾਨੂੰ ਨਹੀਂ ਦੇਵਾਂਗਾ, ਜਾਂ ਤੁਸੀਂ ਉਹਦੇ ਅਧਿਕਾਰੀ ਬਣੋ। 7 ਆਇਤ ਦੇ ਵਿੱਚ ਕਹਿੰਦਾ ਹੈ, ਸੋ ਤੁਸੀਂ ਉਹਨਾਂ ਦੇ ਸਾਂਝੀ ਨਾ ਹੋਵੋ, ਤੁਸੀਂ ਉਹਨਾਂ ਦੇ ਸਾਂਝੀ ਨਾ ਹੋਵੋ। ਇੱਥੇ ਬੜੀ ਮਤਲਬ ਗੰਭੀਰ ਗੱਲ, ਇਸ ਤਰ੍ਹਾਂ ਦੇ ਲੋਕ ਵਿਖਾਉਂਦੇ ਹਨ ਕਿ ਉਹ ਪਰਮੇਸ਼ਵਰ ਨਾਲੋਂ ਜ਼ਿਆਦਾ ਦੁਨਿਆਵੀ ਵਸਤਾਂ ਨੂੰ ਪਿਆਰ ਕਰਦੇ ਹਨ। ਉਹ ਜੋ ਪਰਮੇਸ਼ਵਰ ਨੂੰ ਪ੍ਰਸੰਨ ਕਰਨ ਦੀ ਬਜਾਏ ਆਪਣੇ ਆਪ ਨੂੰ ਪ੍ਰਸੰਨ ਕਰਦਾ ਹੈ ਅਤੇ ਜ਼ਿਆਦਾ ਦ੍ਰਿੜ ਨਿਸ਼ਚੇ ਵਿੱਚ ਹੁੰਦਾ ਹੈ, ਉਸ ਦਾ ਪਰਮੇਸ਼ਵਰ ਦੇ ਰਾਜ ਦੇ ਵਿੱਚ ਕੋਈ ਹਿੱਸਾ ਨਹੀਂ। ਉਹ ਨਾਸ਼ ਦੀ ਕਟਨੀ ਕੱਟ ਰਿਹਾ ਹੈ। ਜਿਹੜੇ ਇਸ ਤਰ੍ਹਾਂ ਦੇ ਪਾਪ ਕਰਦੇ ਅਤੇ ਸਪਸ਼ਟ ਸਬੂਤ ਦਿੰਦੇ ਹਨ ਕਿ ਆਤਮਿਕ ਤੌਰ ਤੇ ਬਚਾਏ ਨਹੀਂ ਗਏ ਹਨ, ਪਰਮੇਸ਼ਵਰ ਨਾਲ ਸਹੀ ਸੰਬੰਧ ਵਿੱਚ ਨਹੀਂ ਹਨ। ਬਾਈਬਲ ਦੇ ਵਿੱਚ ਇੱਥੇ ਸਾਫ਼ ਤੌਰ ਤੇ ਲਿਖਿਆ, ਤੁਸੀਂ ਉਹਨਾਂ ਲੋਕਾਂ ਦੇ ਨਾਲ ਸਾਂਝੀ ਨਹੀਂ ਹੋਣਾ, ਸੰਸਾਰ ਦੇ ਲੋਕਾਂ ਨਾਲ, ਸੰਸਾਰ ਦੇ ਕੰਮਾਂ ਨਾਲ, ਸੰਸਾਰ ਦੀਆਂ ਗਤੀਵਿਧੀਆਂ ਦੇ ਨਾਲ ਤੁਸੀਂ ਸਾਂਝੀ ਨਹੀਂ ਹੋਣਾ ਹੈ। ਇੱਥੇ ਪੌਲਸ ਰਸੂਲ ਸਾਫ਼ ਲਿਖ ਰਿਹਾ ਹੈ, ਮੈਂ ਨਹੀਂ ਕਹਿ ਰਿਹਾ ਇਹ ਵਚਨ, ਪਰਮੇਸ਼ਰ ਦਾ ਵਚਨ ਹੈ, ਜਿਉਂਦੇ ਪਰਮੇਸ਼ਰ ਦਾ ਵਚਨ ਹੈ, ਜਿਹਨੇ ਮੈਨੂੰ ਅਤੇ ਆਪ ਨੂੰ ਚੁਣਿਆ ਹੈ, ਜਿਹਨੇ ਮੈਨੂੰ ਅਤੇ ਆਪ ਨੂੰ ਬਚਾਉਣ ਦੇ ਲਈ ਕਲਵਰੀ ਕਰੂਸ ਦੇ ਉੱਤੇ ਆਪਣਾ ਪਿਆਰਾ ਪੁੱਤਰ ਮੇਰੇ ਪਾਪਾਂ ਦੇ ਲਈ ਦਿੱਤਾ ਹੈ ਕਿ ਮੈਂ ਉਸ ਦੇ ਲਹੂ ਨਾਲ ਸ਼ੁੱਧ ਹੋ ਕੇ ਉਸ ਦੀ ਸ਼ੁੱਧਤਾ ਅਤੇ ਪਵਿੱਤਰਤਾ ਦਾ ਕੰਮ ਕਰਾਂ। ਅੱਗੇ ਕਹਿੰਦਾ, ਕਿਉਂ ਜੋ ਤੁਸੀਂ ਅੱਗੇ ਹਨੇਰਾ ਸੋ ਪਰ ਹੁਣ ਪ੍ਰਭੂ ਵਿੱਚ ਹੋ ਕੇ ਚਾਨਣ ਹੋ, ਤੁਸੀਂ ਚਾਨਣ ਦੇ ਪੁੱਤਰਾਂ ਵਾਂਗ ਚਲੋ, ਚਾਨਣ ਦੇ ਪੁੱਤਰਾਂ ਵਾਂਗ ਚਲੋ, ਜਿਸ ਦੇ ਵਿੱਚ ਹਨੇਰਾ ਨਹੀਂ, ਜਿਸ ਦੇ ਵਿੱਚ ਬੁਰਾਈ ਨਹੀਂ, ਜਿਸ ਦੇ ਵਿੱਚ ਛਲ ਕਪਟ ਨਹੀਂ, ਜਿਸ ਦੇ ਵਿੱਚ ਧੋਖਾ ਨਹੀਂ, ਜਿਸ ਦੇ ਵਿੱਚ ਕਿਸੇ ਪ੍ਰਕਾਰ ਦੀ ਬੁਰਾਈ ਨਹੀਂ, ਬਲਕਿ ਪਰਮੇਸ਼ਰ ਪੁੱਤਰ ਦਾ ਉਸ ਦੇ ਵਿੱਚ ਭੈ ਹੈ, ਪਰਮੇਸ਼ਰ ਪੁੱਤਰ ਦੀ ਆਗਿਆਕਾਰੀਤਾ ਹੈ, ਪਰਮੇਸ਼ਰ ਪੁੱਤਰ ਦੀ ਇਮਾਨਦਾਰੀ ਹੈ, ਪਰਮੇਸ਼ਰ ਪੁੱਤਰ ਦੀ ਵਫਾਦਾਰੀ ਹੈ। ਉਹਦੇ ਪਿੱਛੇ ਚਲੋ। ਉਹ ਚਾਨਣ ਦੇ ਸਵਰੂਪ ਹੈ। ਅੱਗੇ ਕਹਿੰਦਾ, ਚਾਨਣ ਦਾ ਫਲ ਭਾਂਤ ਭਾਂਤ ਦੀ ਭਲਾਈ ਅਤੇ ਧਰਮ ਅਤੇ ਸੱਚਾਈ ਵਿੱਚ ਹੈ। ਬੜਾ ਸਾਫ਼ ਲਿਖ ਦਿੱਤਾ ਹੈ, ਜਿਹੜੇ ਆਪਣਾ ਚਾਨਣ ਦੇ ਵਿੱਚ ਚੱਲਦੇ ਆ, ਚਾਨਣ ਦੀ ਸੱਚਾਈ ਵਿੱਚ ਚੱਲਦੇ ਆ, ਭਾਂਤ ਭਾਂਤ ਦੀ ਭਲਾਈ ਅਤੇ ਧਾਰਮਿਕਤਾ ਅਤੇ ਸੱਚਾਈ ਵਿੱਚ ਹੈ। ਫਿਰ ਕਹਿੰਦਾ, ਅਤੇ ਪਰਤਾ ਕੇ ਵੇਖੋ ਪਰਮੇਸ਼ਰ ਨੂੰ ਕੀ ਪਾਉਂਦਾ ਹੈ। ਅਸੀਂ ਦੇਖਦੇ ਹੀ ਨਹੀਂ ਪਰਮੇਸ਼ਰ ਨੂੰ ਪਰਤਾ ਕੇ। ਅਸੀਂ ਮਲਾਕੀ 3:10 ਬੜੀ ਛੇਤੀ ਯਾਦ ਕਰ ਲੈਂਦੇ ਹਾਂ, ਉਹਦੇ ਉੱਤੇ ਪ੍ਰਚਾਰ ਬੜਾ ਕਰਦੇ ਹਾਂ। ਉਹਦੇ ਵਿੱਚ ਅਸੀਂ ਕਹਿੰਦੇ ਹਾਂ, ਪਰਮੇਸ਼ਰ ਕਹਿੰਦਾ ਹੈ, ਮੈਨੂੰ ਪਰਤਾ ਕੇ ਦੇਖੋ, ਆਪਣੇ ਦਸਵੰਧ ਮੇਰੇ ਮੋਦੀ ਖਾਨੇ ਵਿੱਚ ਲਿਆਓ ਤਾਂ ਦੇਖੋ ਮੈਂ ਤੁਹਾਡੇ ਲਈ ਆਕਾਸ਼ ਦੀਆਂ ਖਿੜਕੀਆਂ ਖੋਲਦਾ ਜਾਂ ਨਹੀਂ ਖੋਲਦਾ। ਇਹ ਕਹਿਣਾ ਆਸਾਨ ਹੈ, ਪਰ ਕਰਨਾ ਆਸਾਨ ਨਹੀਂ। ਉਹਦੇ ਘਰ ਦੇ ਵਿੱਚ ਦਸਵੰਧ ਮਤਲਬ ਨੇਕ ਕਮਾਈ ਲੈ ਕੇ ਆਣੀ ਹੈ। ਉਹਦੇ ਘਰ ਦੇ ਵਿੱਚ ਤੁਸੀਂ ਕੁਝ ਲੈ ਕੇ ਆ ਰਹੇ, ਸੱਚਾਈ ਅਤੇ ਵਫਾਦਾਰੀ ਦੇ ਨਾਲ ਲੈ ਕੇ ਆਉਣਾ ਹੈ। ਐ ਨਹੀਂ ਧੋਖਾ ਕਰਕੇ ਕਿਸੇ ਕੋਲ ਲਿਆਂਦਾ, ਖੋ ਕੇ ਲਿਆਂਦਾ ਜਾਂ ਕਿਸੇ ਤਰ੍ਹਾਂ ਲਿਆਂਦਾ, ਹਾਂ ਮੈਨੂੰ ਉਹਨੇ ਦਿੱਤਾ ਮੈਂ ਲੈ ਲਿਆ, ਗਲਤ ਹੈ। ਅਜਿਹੇ ਦਾਨ ਪਰਮੇਸ਼ਵਰ ਕਦੇ ਸਵੀਕਾਰ ਨਹੀਂ ਕਰਦਾ ਹੈ। ਅਜਿਹੀ ਸੰਸਾਰਿਕਤਾ ਦੀ ਵਸਤ ਪਰਮੇਸ਼ਵਰ ਨੂੰ ਪਰਵਾਹ ਨਹੀਂ। ਉਹਦੇ ਤੋਂ ਉਹਨੂੰ ਸੂਗ ਆਉਂਦੀ ਹੈ, ਕਹਿਣਾ ਆਉਂਦੀ ਹੈ। ਮੈਂ ਇਸ ਦੇ ਉੱਤੇ ਵੀ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਆਪ ਦੇ ਨਾਲ ਗੱਲ ਕਰਾਂਗਾ। ਕਹਿੰਦਾ ਹੈ, ਅਤੇ ਹਨੇਰ ਅਤੇ ਅਫਲ ਕਾਰਜਾਂ ਵਿੱਚ ਸਾਂਝੀ ਨਾ ਹੋਵੋ, ਪਰ ਉਹਨਾਂ ਨੂੰ ਨੰਗਿਆ ਕਰੋ। ਉਹ ਜਿਹੜੇ ਮਸੀਹ ਲਈ ਵਫਾਦਾਰ ਹਨ, ਉਹ ਨਿਰਪੱਖ ਜਾਂ ਚੁੱਪ ਨਹੀਂ ਰਹਿ ਸਕਦੇ ਜਦੋਂ ਉਹ ਹਨੇਰ ਦੇ ਕਾਰਜਾਂ ਅਤੇ ਅਨੈਤਿਕ ਵਿਵਹਾਰ ਨੂੰ ਵੇਖਦੇ ਹਨ। ਜੇ ਮੈਨੂੰ ਕੋਈ ਕਲੀਸਿਆ ਚ ਵਿੱਚ ਗਲਤ ਦਿਖਦਾ ਹੈ ਜਾਂ ਕੋਈ ਗਲਤ ਕੰਮ ਕਰਦਾ, ਮੈਂ ਸਾਫ਼ ਕਹਿੰਦਾ, ਭਾਈ ਮੈਨੂੰ ਤੇਰੀ ਲੋੜ ਨਹੀਂ, ਮੈਨੂੰ ਤੇਰੀ ਜ਼ਰੂਰਤ ਨਹੀਂ। ਬਾਈਬਲ ਦੇ ਵਿੱਚ ਪਰਮੇਸ਼ਰ ਪੁੱਤਰ ਨੇ ਕਿਹਾ ਸੀ, 2 ਅੱਖਾਂ ਦੇ ਨਾਲੋਂ ਚੰਗਾ ਹੈ ਕਿ 1 ਅੱਖ ਕਾਣੀ ਹੋ ਕੇ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨਾ। 2 ਹੱਥਾਂ ਨਾਲੋਂ 1 ਹੱਥ ਤੋਂ ਲਾਂਭੇ ਹੋ ਕੇ ਆਪਣਾ ਪਰਮੇਸ਼ਰ ਦੇ ਰਾਜ ਵਿੱਚ ਪ੍ਰਵੇਸ਼ ਕਰਨਾ ਚੰਗਾ ਹੈ। ਸੱਚ ਦੀ ਰੋਟੀ ਦੇ ਨਾਲ, ਸੱਚ ਦੀ ਕਮਾਈ ਦੇ ਨਾਲ, ਸੱਚ ਦੇ ਕੰਮਾਂ ਦੇ ਨਾਲ,
ਸੰਸਾਰ ਦੇ ਨਾਲ ਮਿਲ ਕੇ ਜਾਂ ਸੰਸਾਰ ਦੇ ਵਿੱਚ ਰਲ ਕੇ ਮੈਂ ਕਦੇ ਵੀ ਪਰਮੇਸ਼ਵਰ ਦੇ ਰਾਜ ਦੇ ਵਿੱਚ ਵੜ ਨਹੀਂ ਸਕਦਾ। ਪਰਮੇਸ਼ਵਰ ਦਾ ਵਚਨ ਸਾਫ਼ ਰੀਤੀ ਨਾਲ ਕਹਿੰਦਾ ਹੈ। ਇਸ ਲਈ ਫੈਸਲਾ ਤੁਸੀਂ ਕਰਨਾ ਹੈ ਕਿ ਮੈਂ ਸੰਸਾਰ ਦੇ ਨਾਲ ਚੱਲਣਾ ਹੈ ਜਾਂ ਪਰਮੇਸ਼ਰ ਪੁੱਤਰ ਦੇ। ਜੇ ਪਰਮੇਸ਼ਰ ਪੁੱਤਰ ਦੇ ਨਾਲ ਚੱਲੋਗੇ ਤਾਂ ਤੁਸੀਂ ਸਵਰਗ ਰਾਜ ਵਿੱਚ ਹੋਵੋਗੇ। ਜੇ ਤੁਸੀਂ ਸੰਸਾਰ ਦੇ ਨਾਲ ਚੱਲੋਗੇ ਤਾਂ ਤੁਸੀਂ ਜ਼ਰੂਰ ਨਰਕ ਦੀ ਬਲਦੀ ਹੋਈ ਅੱਗ ਨੂੰ ਵੇਖੋਗੇ। ਇਸ ਲਈ ਫੈਸਲਾ ਤੁਸੀਂ ਕਰਨਾ ਹੈ। ਪ੍ਰਭੂ ਆਪ ਨੂੰ ਫੈਸਲਾ ਕਰਨ ਦੇ ਲਈ ਮਦਦ ਕਰੇ। ਸਿੱਧੇ ਰਸਤੇ ਦੇ ਵਿੱਚ ਚੱਲਣ ਦੇ ਲਈ, ਆਪ ਦਾ ਫੈਸਲਾ ਲੈਣ ਦੇ ਲਈ ਪ੍ਰਭੂ ਆਪ ਦੀ ਸਹਾਇਤਾ ਕਰੇ। ਪ੍ਰਭੂ ਇਸ ਵਚਨ ਦੇ ਨਾਲ ਸਾਨੂੰ ਬਰਕਤ ਦੇਵੇ। ਜੈ ਮਸੀਹ ਦੀ।